ਖਾਲਿਸਤਾਨ ਨੂੰ ਅੱਤਵਾਦ ਦੇ ਨਾਲ ਜੋੜਨ ਦੀ ਕੀ ਲੋੜ ਪੈ ਗਈ, ਜਿਸ ਦਾ ਨਾਮ ਹੀ ਖਾਲਿਸਤਾਨ ਹੈ, ਜਿਸ ਦਾ ਨਾਮ ਹੀ ਖਾਲਸ ਅਸਥਾਨ ਹੈ, ਉਹ ਅੱਤਵਾਦ ਦੇ ਨਾਲ ਕਿਸ ਤਰ੍ਹਾਂ ਜੁੜ ਗਿਆ। ਚਾਹੇ ਜਿੰਨਾ ਸੀਗੇ, ਚਾਹੇ ਮਹਾਤਮਾ ਗਾਂਧੀ ਸੀਗੇ, ਚਾਹੇ ਜਵਾਹਰ ਲਾਲ ਨਹਿਰੂ ਸੀਗੇ, ਇਹਨਾਂ ਨੇ ਪੰਜਾਬ ਨੂੰ ਇੱਕ ਪਾਸੇ ਨਹੀਂ ਹੋਣ ਦਿੱਤਾ, ਪੰਜਾਬ ਨੂੰ ਦੋ ਫਾੜ ਕੀਤਾ। ਜੇ ਮੇਰੇ ਦਾਦੇ ਦੇ ਕੋਲ 2 ਕਿੱਲੇ ਜ਼ਮੀਨ ਸੀ ਤੇ ਮੈਂ ਉਸ ਜ਼ਮੀਨ ਦਾ ਹੱਕਦਾਰ ਹਾਂ। ਸਿੱਖ ਕੌਮ ਉਹ ਜਿਹੜੀ ਮਹਾਰਾਜਾ ਰਣਜੀਤ ਸਿੰਘ ਦਾ ਐਮਪਾਇਰ ਸੀ, ਅੱਜ ਵੀ ਉਹਦੀ ਹੱਕਦਾਰ ਹੈ। ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ, ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ, ਇਹਨਾਂ ਨੇ ਮਿਲ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਜਿਹੜੀ ਇੱਕ ਪੰਜਾਬ ਦੇ ਲਈ ਮੰਗ ਸੀ ਉਹਨੂੰ ਟੈਰਰਿਜ਼ਮ 'ਚ ਕਨਵਰਟ ਕੀਤਾ। ਅਨੰਦਪੁਰ ਸਾਹਿਬ ਪ੍ਰਸਤਾਵ ਹੁਣ ਖੋਲ ਕੇ ਪੜ੍ਹ ਲੈਣ ਸਾਰੇ, ਉਹਦੇ 'ਚੋਂ ਮੰਗਦੇ ਹੀ ਨਹੀਂ ਪਏ ਖਾਲਿਸਤਾਨ। ਜਿਨ੍ਹਾਂ ਨੇ ਹਿੰਦੁਸਤਾਨ ਦੀ ਹਕੂਮਤ ਨਾਲ ਹੱਥ ਮਿਲਾ ਲਿਆ ਸੀ ਤੇ ਉਹਨਾਂ ਨੂੰ ਲੱਗਿਆ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਡੇ ਲਈ ਖਤਰਾ ਨੇ, ਉਹਨੂੰ ਇੱਕ ਟੈਰਰਿਜ਼ਮ ਵੱਲ ਧਕੇਲਿਆ ਗਿਆ। ਮੈਨੂੰ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ, ਮੈਨੂੰ ਕਹਿਣ ਦੇ ਵਿੱਚ ਕੋਈ ਸ਼ਰਮ ਨਹੀਂ। ਇਹ ਤਾਂ ਖਤਰਾ ਲੱਗਣ ਲੱਗ ਪਏ ਸੀ ਅਕਾਲੀ ਦਲ ਨੂੰ, ਬਈ ਅਗਰ ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਗਰ ਇੱਦਾਂ ਹੀ ਪੋਪੂਲਰ ਰਹੇ ਸਿਆਸਤ ਦੇ ਵਿੱਚ, ਇਹ ਤਾਂ ਖਤਮ ਕਰ ਜਾਣਗੇ। ਧਰਮ ਨਿਰਪੱਖ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ ਹੁਣ ਵਿਦੇਸ਼ਾਂ ਦੀਆਂ ਸੜਕਾਂ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਹੇ ਨੇ। 15 ਅਗਸਤ ਆਜ਼ਾਦੀ ਦਾ ਦਿਹਾੜਾ ਲੰਘ ਕੇ ਗਿਆ, ਭਾਰਤ ਨੇ 77ਵਾਂ ਆਜ਼ਾਦੀ ਦਿਵਸ ਮਨਾਇਆ ਔਰ ਇਸ ਦੌਰਾਨ ਦੇਸ਼ਾਂ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਜਿੱਥੇ ਜਸ਼ਨ ਦੇ ਮਾਹੌਲ ਭਾਰਤੀ ਮੂਲ ਨਿਵਾਸੀਆਂ ਵੱਲੋਂ ਮਨਾਏ ਗਏ, ਜਸ਼ਨ ਦੇ ਮਾਹੌਲ ਦੇਖੇ ਗਏ ਨੇ, ਉੱਥੇ ਹੀ ਝੜਪਾਂ ਦੇਖਣ ਨੂੰ ਮਿਲੀਆਂ ਨੇ। ਇਹੋ ਜਿਹੇ ਪਵਿੱਤਰ ਦਿਨ ਜਿਸ ਦਿਨ ਸਾਨੂੰ ਆਜ਼ਾਦੀ ਮਿਲੀ ਸੀ, ਉਸ ਦੇ 77 ਸਾਲ ਲੰਘਣ ਤੋਂ ਬਾਅਦ ਜਦੋਂ ਉਹਦਾ ਜਸ਼ਨ ਮਨਾਇਆ ਜਾ ਰਿਹਾ ਹੁੰਦਾ, ਪਰਮਾਤਮਾ ਦਾ ਸ਼ੁਕਰ ਕੀਤਾ ਜਾ ਰਿਹਾ ਹੁੰਦਾ, ਉਸ ਵੇਲੇ ਝੜਪਾਂ ਹੁੰਦੀਆਂ ਨੇ। ਔਰ ਝੜਪਾਂ ਕਿਹਨਾਂ ਵਿੱਚ ਹੁੰਦੀਆਂ ਨੇ? ਭਾਰਤੀ ਮੂਲ ਦੇ ਲੋਕਾਂ ਵਿੱਚ, ਭਾਰਤੀ ਮੂਲ ਦੇ ਨਿਵਾਸੀਆਂ ਦੇ ਵਿੱਚ ਤੇ ਨਾਲ ਖਾਲਿਸਤਾਨ ਪੱਖੀਆਂ ਦੇ ਵਿੱਚ। ਖਾਲਿਸਤਾਨ ਪੱਖੀ ਤੇ ਭਾਰਤੀ ਮੂਲ ਦੇ ਨਿਵਾਸੀਆਂ ਦੇ ਵਿਚਾਲੇ ਇਹੋ ਜਿਹੀਆਂ ਝੜਪਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਵੇਖਣ ਨੂੰ ਮਿਲੀਆਂ ਨੇ। ਹਾਲ ਹੀ ਦੇ ਵਿੱਚ ਤਸਵੀਰਾਂ ਲੰਡਨ ਤੋਂ ਸਾਹਮਣੇ ਆਉਂਦੀਆਂ ਨੇ, ਸਾਊਥ ਹਾਲ ਤੋਂ ਸਾਹਮਣੇ ਆਉਂਦੀਆਂ ਨੇ, ਜਿੱਥੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਜਾਂਦਾ ਹੈ ਅਚਾਨਕ, ਔਰ ਉਹ ਵਿਰੋਧ ਪ੍ਰਦਰਸ਼ਨ ਅਚਾਨਕ ਝੜਪ 'ਚ ਬਦਲ ਜਾਂਦਾ ਹੈ। ਜਾਣਕਾਰੀ ਮੁਤਾਬਕ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ, ਕੈਨੇਡਾ ਵਿੱਚ ਵੀ ਝੜਪਾਂ ਕਿਤੇ ਨਾ ਕਿਤੇ ਹੋਈਆਂ ਨੇ। ਇਹਦਾ ਅਸਲ ਕਾਰਨ ਕੀ ਹੈ? ਖਾਲਿਸਤਾਨ ਦੇ ਇਸ ਵਿਰੋਧ ਦਾ ਕਾਰਨ ਕੀ ਹੈ? ਖਾਲਿਸਤਾਨ ਦਾ ਮੂਲ ਕੀ ਹੈ? ਜੜ੍ਹਾਂ ਕਿੱਥੇ ਲਾਏ ਕਰਦੀਆਂ ਨੇ? ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਦੇ ਟਾਈਮ ਦੇ ਉੱਤੇ ਖਾਲਿਸਤਾਨ ਨੂੰ ਅੱਤਵਾਦ ਦੇ ਨਾਲ ਜੋੜਨ ਦੀ ਕੀ ਲੋੜ ਪੈ ਗਈ, ਜਿਸ ਦਾ ਨਾਮ ਹੀ ਖਾਲਿਸਤਾਨ ਹੈ, ਜਿਸ ਦਾ ਨਾਮ ਹੀ ਖਾਲਸ ਅਸਥਾਨ ਹੈ, ਉਹ ਅੱਤਵਾਦ ਦੇ ਨਾਲ ਕਿਸ ਤਰ੍ਹਾਂ ਜੁੜ ਗਿਆ। ਸਾਡੇ ਨਾਲ ਸੀਨੀਅਰ ਪੱਤਰਕਾਰ ਮੌਜੂਦ ਨੇ, ਡਾਕਟਰ ਸੁਰਿੰਦਰਪਾਲ ਸਰ, ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਿਸ਼ਾ ਤਾਂ ਸ਼ਾਇਦ ਸਮਝ ਹੀ ਗਏ ਹੋਵੋਗੇ, ਖਾਲਿਸਤਾਨ ਇੰਨਾ ਜ਼ਿਆਦਾ ਕਿਉਂ ਅੱਤਵਾਦ ਦੇ ਨਾਲ ਜੁੜ ਗਿਆ? ਦੇਖੋ ਸਾਹਿਬ ਸਿੰਘ ਜੀ, ਪਹਿਲਾਂ ਤਾਂ ਨਾ ਆਪਾਂ ਨੂੰ ਮੂਲ ਜਿਹੜੀ ਤੁਸੀਂ ਗੱਲ ਕਹੀ ਨਾ, ਬਹੁਤ ਸਿਆਣੀ ਗੱਲ ਕਹੀ ਹੈ ਕਿ ਜਿਹੜਾ ਅੱਜ ਕੱਲ੍ਹ ਦਾ ਵਰਤਮਾਨ ਦਾ ਦੌਰ ਹੈ, ਜਦੋਂ ਖਾਲਿਸਤਾਨ ਦੀ ਨਾਮ ਆਉਂਦਾ ਉਹ ਲੱਗਦਾ ਕਿ ਇਹ ਖੜਕੂਵਾਦ, ਅੱਤਵਾਦ, ਬੜੀਆਂ ਪਰਿਭਾਸ਼ਾ ਨੇ, ਬੜੇ ਇਹਦੇ ਪਰਿਵਾਚੀ ਸ਼ਬਦ ਨੇ, ਪ੍ਰਿਥਕਵਾਦੀ, ਕੱਟੜਵਾਦੀ, ਅਲਗਾਵਵਾਦੀ, ਜਿਹੜੀ ਸੈਪਰਿਸਟ, ਜੋ ਆਪਾਂ ਲੈਂਗੁਏਜ 'ਚ ਉਹਦਾ ਨਾਮ ਲੈ ਸਕਦੇ ਹਾਂ ਉਹ ਲੈਂਦੇ ਹਾਂ। ਇਹ ਖਾਲਿਸਤਾਨ ਔਰ ਅੱਤਵਾਦ, ਇਹ ਦੋਨੋਂ ਚੀਜ਼ਾਂ ਜਿਹੜੀਆਂ ਨਾ ਅਲੱਗ-ਅਲੱਗ ਹੈ। ਔਰ ਮੈਂ ਜੇ ਤਾਂ ਹੁਣ ਕਿਉਂਕਿ ਨਵੀਂ ਜਨਰੇਸ਼ਨ ਜਿਹੜੀ ਹੈ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਜਿਹੜੀ ਨੌਜਵਾਨ ਪੀੜ੍ਹੀ ਹੈ, ਉਹਨਾਂ ਨੂੰ ਹਜੇ ਇਹ ਨਹੀਂ ਪਤਾ ਬਈ ਇਹ ਖਾਲਿਸਤਾਨ ਦੀ ਮੰਗ ਕਿਉਂ ਹੈ, ਇਹ ਖਾਲਿਸਤਾਨ ਕਿਉਂ ਸ਼ੁਰੂ ਹੋਇਆ, ਇਹਦੀ ਮੂਵਮੈਂਟ ਦਾ ਕਾਰਨ ਕੀ ਹੈ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਉਦੇ ਕਿਉਂ ਹੋਇਆ, ਵਿੱਚ ਸਿਆਸਤ ਕੀ ਹੋਈ ਕਿ ਖਾਲਿਸਤਾਨ ਇੱਕਦਮ ਅੱਤਵਾਦ ਦੇ ਨਾਲ ਜੁੜਿਆ। ਜੇ ਆਪਾਂ ਇਹਨੂੰ ਪਾਸਟ ਵਿੱਚ ਲੈ ਜਾਈਏ ਤੇ ਮੁਗਲਾਂ ਦੇ ਟਾਈਮ ਦੇ ਉੱਤੇ, ਜੋ ਮੁਗਲਾਂ ਦਾ ਰਾਜ ਸੀ, ਜਿਨ੍ਹਾਂ ਨੇ ਹਿਸਟਰੀ ਪੜ੍ਹੀ ਉਹਨਾਂ ਨੂੰ ਯਾਦ ਹੋਏਗਾ, ਕਿਉਂਕਿ ਅੱਜ ਕੱਲ੍ਹ ਤਾਂ ਸਟੂਡੈਂਟ ਸਾਰੇ ਕੰਪਿਊਟਰ ਸਾਇੰਸ, ਸੌਫਟਵੇਅਰ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨੇ। ਹਿਸਟਰੀ ਦਾ ਕੋਈ ਮੇਰੇ ਖਿਆਲ ਹੁਣ MA ਹਿਸਟਰੀ ਦੇ ਬੱਚੇ ਵੀ ਸਾਰੇ 7-8% ਰਹਿ ਗਏ ਆ। ਹਿਸਟਰੀ ਦੇ ਵਿੱਚ ਤਾਂ ਕੋਈ ਹੁਣ MA ਕਰਦਾ ਵੀ ਨਹੀਂ, ਮਾਸਟਰ ਆਫ ਆਰਟਸ। ਲੇਕਿਨ ਅੱਜ ਤੋਂ ਜੇ 30-40 ਸਾਲ ਪਹਿਲਾਂ ਚੱਲ ਜਾਓ ਤੇ ਮਾਸਟਰ ਆਫ ਆਰਟਸ ਦੀ ਹਿਸਟਰੀ ਦੇ ਵਿੱਚ ਜਿਹੜਾ ਰੇਸ਼ੋ ਹੁੰਦੀ ਸੀ ਸਟੂਡੈਂਟ ਦੀ, ਉਹ 40-50% ਹੁੰਦੀ ਸੀ। ਅਸੀਂ ਆਪਣੇ ਜਿਹੜੇ ਹਿਸਟਰੀ ਹੈ ਨਾ, ਉਹ ਤੋਂ ਟੁੱਟਦੇ ਜਾ ਰਹੀ ਹੈ ਜਿਹੜੀ ਨੌਜਵਾਨ ਪੀੜ੍ਹੀ ਆ, ਔਰ ਇੱਕ ਰੋਹ 'ਚ ਵਗਦੀ ਪਈ ਆ। ਔਰ ਉਹਨਾਂ ਨੂੰ ਇਹ ਬੜੀਆਂ ਆਪਣੀਆਂ ਹਿਸਟਰੀਆਂ ਨੂੰ ਜਿਹੜੇ ਬੰਦੇ ਯਾਦ ਕਰਕੇ ਚੱਲਦੇ ਆ, ਉਹ ਹਮੇਸ਼ਾ ਕੌਮ ਜਿਹੜੀ ਆ, ਉਹ ਜਿਹੜਾ ਹਮੇਸ਼ਾ ਧਰਮ ਹੈ, ਉਹ ਜਿੰਦਾ ਰਹਿੰਦਾ ਹੈ। ਜੇ ਅੱਜ ਕਿਤੇ ਤੁਸੀਂ ਸਰਵੇ, ਇੱਕ ਵਾਰੀ ਮੈਂ ਤੁਹਾਨੂੰ ਜ਼ਰੂਰ ਰਿਕੁਐਸਟ ਕਰੂੰਗਾ
ਕਿ ਤੁਸੀਂ ਨੌਜਵਾਨਾਂ 'ਚ ਸਰਵੇ ਕਰੋ ਕਿ ਉਹ ਪਾਸਟ ਹਿਸਟਰੀ ਨੂੰ ਜਾਣਦੇ ਨੇ। ਬਹੁਤ ਘੱਟ ਲੋਕ ਜਾਣਦੇ ਹੋਣਗੇ। ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਈਸ਼ਰ ਸਿੰਘ ਕੌਣ ਸੀ। ਕਿਸੇ ਨੂੰ ਨਹੀਂ ਪਤਾ ਹੋਏਗਾ। ਜੇ ਨੌਜਵਾਨ ਪੀੜ੍ਹੀ 'ਚ ਸਰਵੇ ਕਰੋਗੇ ਨਾ, ਤੇ ਮੈਨੂੰ ਲੱਗਦਾ 1 ਜਾਂ 1.5% ਲੋਕਾਂ ਨੂੰ ਪਤਾ ਹੋਏਗਾ ਕਿ ਸਰਦਾਰ ਈਸ਼ਰ ਸਿੰਘ ਕੌਣ ਸੀ। ਵਾਪਸ ਆਪਾਂ ਤੁਹਾਡੇ ਕੁਐਸਚਨ 'ਤੇ ਆਉਣਾ। ਮੁਗਲਾਂ ਦੇ ਟਾਈਮ ਦੇ ਉੱਤੇ ਜਦੋਂ ਬੜੀ ਤਸੱਦਦ ਸਿੱਖਾਂ ਨੇ ਗੁਰੂ ਮਹਾਰਾਜ ਗੋਬਿੰਦ ਸਿੰਘ ਜੀ ਦੇ ਸ਼ਹਾਦਤਾਂ ਹੋਈਆਂ, ਉਸ ਤੋਂ ਬਾਅਦ ਲੰਬੇ ਟਾਈਮ ਕਰੀਬ 100 ਸਾਲ ਸਿੱਖਾਂ ਦਾ ਸੰਘਰਸ਼ ਚੱਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਣਿਆ। ਲਾਹੌਰ ਤੋਂ ਪਰੇ ਪਰੇ ਅਫਗਾਨਿਸਤਾਨ ਵੱਲ ਸਿੱਖ ਇੱਕ ਅਲੱਗ ਰਾਜ ਬਣ ਗਿਆ। ਔਰ ਉਹਦੇ 'ਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਨੂੰ ਅੱਜ ਕੱਲ੍ਹ ਜੇ ਲੋਕ ਪੜ੍ਹਦੇ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਿੱਥੇ ਮਿਲਣਾ। ਸਭ ਕਹਿੰਦੇ ਆ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਭ ਤੋਂ ਵਧੀਆ ਸੀ। ਔਰ ਸਿੱਖਾਂ ਦਾ ਉਹ ਰਾਜ ਜਿਹੜਾ ਇੱਕ ਪੂਰੇ ਵਿਖਵ ਲਈ ਐਗਜ਼ਾਮਪਲ ਸੀ ਮਹਾਰਾਜਾ ਰਣਜੀਤ ਸਿੰਘ ਦਾ ਐਮਪਾਇਰ। ਬੜਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਬੜੇ ਮਤਲਬ ਦਲੇਰ ਸੀ। ਆਪਣਾ ਉਹਨਾਂ ਨੇ ਸਾਮਰਾਜ, ਆਪਣਾ ਰਾਜ, ਆਪਣੀਆਂ ਸੀਮਾਵਾਂ ਬਹੁਤ ਵਧਾਈਆਂ ਅਤੇ ਉਹ ਸਿੱਖ ਇੱਕ ਖਾਸ ਕਰਕੇ ਸਿੱਖ ਰਾਜ ਬਣਿਆ ਜਿਹਦੇ 'ਚ ਆਪਣੀਆਂ ਸ਼ਕਤੀਆਂ ਸੀ, ਆਪਣਾ ਰੈਵਨਿਊ ਸੀ, ਆਪਣੀ ਸਰਕਾਰ ਸੀ। ਹਰੀ ਸਿੰਘ ਨਲਵਾ ਉਹਨਾਂ ਦਾ ਸੈਨਾਪਤੀ ਸੀ। ਸਿੰਘ ਜਿਹੜੇ ਆ ਉਸ ਰਾਜ ਦੇ ਉੱਤੇ ਕੋਈ ਜ਼ਿਆਦਾ ਪੁਰਾਣੀ ਗੱਲ ਤਾਂ ਹੈ ਨਹੀਂ। 1820-25 ਦੀ ਗੱਲ ਹੈ ਇਹ। ਹਜੇ ਜੇ ਆਪਾਂ ਕਹੀਏ ਤਾਂ ਕਰੀਬ 200 ਸਾਲ ਹੀ ਹੋਏ ਆ। ਕੋਈ ਜ਼ਿਆਦਾ ਪਾਸ ਹਿਸਟਰੀ ਵੀ ਨਹੀਂ ਹੈਗੀ ਕਿ 1000 ਸਾਲ ਪੁਰਾਣੀ ਜਾਂ 800 ਸਾਲ ਪੁਰਾਣੀ ਹੈ। ਇਹ ਹਿਸਟਰੀ ਜਿੰਦਾ ਹੈ ਕਿ ਚੌਥੀ ਪੀੜ੍ਹੀ ਆ ਗਈ ਹੈ, ਇਸ ਕਰਕੇ ਚੌਥੀ ਪੀੜ੍ਹੀ ਇਹ ਤੋਂ ਦੂਰ ਹੋ ਚੁੱਕੀ ਹੈ। ਉਹ ਸਿੱਖ ਰਾਜ ਦੀਆਂ ਵਿੱਚ ਮਹਿਲਾਵਾਂ ਦੀ ਇੱਜ਼ਤ, ਉਸ ਸਿੱਖ ਰਾਜ ਦੇ ਵਿੱਚ ਜਸਟਿਸ ਔਰ ਉਹਦੀ ਦਹਿਸ਼ਤ ਬੜੀ ਸੀ। ਖੈਰ ਉਸ ਤੋਂ ਬਾਅਦ ਜਦੋਂ ਅੰਗਰੇਜ਼ ਈਸਟ ਇੰਡੀਆ ਕੰਪਨੀ ਆਈ, ਅੰਗਰੇਜ਼ਾਂ ਦਾ ਰਾਜ ਬਣਿਆ, ਮਹਾਰਾਜਾ ਰਣਜੀਤ ਸਿੰਘ ਦਾ ਵੀ ਸਵਰਗਵਾਸ ਹੋਇਆ ਅਤੇ ਉਸ ਤੋਂ ਬਾਅਦ ਜਿਹੜਾ ਵਾ ਉਹ ਸਟੇਟ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਹੌਲੀ ਹੌਲੀ ਉਹ ਸਿੱਖ ਸਟੇਟ ਜਿਹੜੀ ਹੈ ਡਿਲਿਊਟ ਹੋ ਗਈ ਔਰ ਅੰਗਰੇਜ਼ਾਂ ਦਾ ਰਾਜ ਇਕੱਲਾ ਉਸ ਸਿੱਖ ਸਟੇਟ 'ਚ ਨਹੀਂ ਆਇਆ, ਪੂਰੇ ਹਿੰਦੁਸਤਾਨ 'ਚ ਈਸਟ ਇੰਡੀਆ ਕੰਪਨੀ ਨੇ, ਅੰਗਰੇਜ਼ਾਂ ਨੇ ਰਾਜ ਕੀਤਾ। ਕਿਤੇ ਨਾ ਕਿਤੇ ਜਿਹੜੇ ਸਿੱਖ ਸੀਗੇ ਉਹਨਾਂ ਦੇ ਮਨ 'ਚ ਇਹ ਸੀ ਕਿ ਸਾਡਾ ਉਹ ਪੁਰਾਣਾ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਦੌਰ ਜਿਹੜਾ ਇੱਕ ਨਿਆਂਪੂਰਕ ਸੀਗਾ, ਜਿਹੜਾ ਮਹਿਲਾਵਾਂ ਦੀ ਪੂਰੀ ਜਸਟਿਸ ਵਾਲਾ ਸੀ, ਉਹ ਰਾਜ ਸਾਨੂੰ ਕਿਤੇ ਦੁਬਾਰਾ ਮਿਲੇਗਾ। ਔਰ ਜਦੋਂ 1920 'ਚ ਗੁਰਦੁਆਰਾ ਸੁਧਾਰ ਲਹਿਰ ਚੱਲੀ, ਕਿਉਂਕਿ ਅੰਗਰੇਜ਼ਾਂ ਨੇ ਸਭ ਤੋਂ ਆਉਣ ਤੋਂ ਬਾਅਦ ਸਿੱਖਾਂ ਨੂੰ ਕਮਜ਼ੋਰ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਮਾਰਸ਼ਲ ਕੌਮ ਹੈ, ਇਹ ਜੁਝਾਰੂ ਕੌਮ ਹੈ। ਸਾਰਾਗੜੀ ਦੀ ਐਗਜ਼ਾਮਪਲਾਂ ਸੀ ਉਹਨਾਂ ਕੋਲ ਬਈ ਇਹਨਾਂ ਦੇ ਤਾਂ 21 ਜਿਹੜੇ ਹੈ ਬੰਦੇ ਉਹ 1400 1500 ਅਫਗਾਨੀਆਂ ਨੂੰ ਮਾਰ ਗਏ ਸਾਰਾਗੜੀ 'ਚ। ਈਸ਼ਰ ਸਿੰਘ ਦੀ ਜਿਹੜੀ ਹੈ ਉਹਦੀ ਰਹਿਨੁਮਾਈ 'ਚ ਇਹਨਾਂ ਨੇ ਸਾਰਾਗੜੀ ਕਿਲ੍ਹਾ ਨੂੰ ਬਚਾਉਣ ਲਈ 15000 ਅਫਗਾਨੀ ਜਿਹੜੇ ਆ ਉਹ ਲੜਾਕੇ ਮਾਰਤੇ। ਉਹਨਾਂ ਨੂੰ ਪਤਾ ਸੀ ਕਿ ਜੇ ਸਿੱਖ ਜਿਹੜੇ ਆ ਇਹਨਾਂ ਨੂੰ ਆਪਾਂ ਅਲੱਗ ਸਟੇਟ ਦੇ ਵੱਲ ਲੈ ਕੇ ਗਏ ਅੰਗਰੇਜ਼ਾਂ ਨੂੰ, ਇਹਨਾਂ ਨੇ ਪੂਰੇ ਵਿਖਵ ਦੇ ਉੱਤੇ ਰਾਜ ਕਰ ਜਾਣਾ, ਕਿਉਂਕਿ ਬਲਸ਼ਾਲੀ, ਸ਼ਕਤੀਸ਼ਾਲੀ ਯੋਧਾ, ਮਾਰਸ਼ਲ ਇਹ ਕੌਮ ਹੈ। ਤੁਸੀਂ ਜੇ ਹਿਸਟਰੀ ਨੂੰ ਆਪਾਂ ਦੇਖੀਏ ਤਾਂ 1920 ਜੇ ਅੰਗਰੇਜ਼ ਪਹਿਲੀ ਵਾਰ ਝੁਕੇ ਤੇ 1920 ਤੋਂ ਲੈ ਕੇ 1925 ਦੇ ਵਿੱਚ ਝੁਕੇ, ਜਦੋਂ ਅੰਗਰੇਜ਼ਾਂ ਕੋਲੋਂ ਗੁਰਦੁਆਰੇ ਸਾਰੇ ਆਜ਼ਾਦ ਕਰਾਏ ਗਏ, ਮਹੰਤਾਂ ਤੋਂ ਆਜ਼ਾਦ ਕਰਾਏ ਗਏ, ਉਹ ਸਿੱਖਾਂ ਨੇ ਕਰਾਏ। ਗੁਰਦੁਆਰਾ ਸੁਧਾਰ ਲਹਿਰ ਚੱਲੀ। ਅੰਗਰੇਜ਼ ਚਾਬੀਆਂ ਨਹੀਂ ਦੇਣਾ ਚਾਹੁੰਦੇ ਸੀ ਗੁਰਦੁਆਰੇ ਦੀਆਂ। SGPC ਦਾ ਗਠਨ ਹੋਇਆ, ਜ਼ਬਰਦਸਤੀ ਚਾਬੀਆਂ ਉਹਨਾਂ ਦੇ ਕੋਲੋਂ ਲਿੱਤੀਆਂ ਗਈਆਂ। ਆਜ਼ਾਦੀ ਦੀ ਪਹਿਲੀ ਜੰਗ ਸਿੱਖਾਂ ਨੇ ਉਸ ਦਿਨ ਜਿੱਤ ਲਈ ਸੀ। ਹਿੰਦੁਸਤਾਨ ਆਜ਼ਾਦ ਦੀ ਪੱਟ ਕਥਾ ਜਿਹਨੂੰ ਆਪਾਂ ਕਹੀਏ ਲਿਖੀ ਗਈ ਸੀ। ਕਿਤੇ ਨਾ ਕਿਤੇ ਸਿੱਖਾਂ ਨੂੰ ਸੀਗਾ ਹੁਣ ਹਿੰਦੁਸਤਾਨ ਆਜ਼ਾਦ ਹੋ ਰਿਹਾ, ਅਸੀਂ ਆਪਣਾ ਉਹ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਜਿਹੜਾ ਸਾਡਾ ਐਮਪਾਇਰ ਸੀ ਉਹ ਸਿੱਖਾਂ ਨੂੰ ਵਾਪਸ ਮਿਲਣਾ ਚਾਹੀਦਾ। ਪ੍ਰੈਕਟੀਕਲੀ ਤਾਂ ਮਿਲਣਾ ਵੀ ਚਾਹੀਦਾ। ਜਿਹੜੀ ਚੀਜ਼ ਅੰਗਰੇਜ਼ਾਂ ਨੇ ਆ ਕੇ ਜਿੱਦਾਂ ਕਬਜ਼ਾ ਕੀਤਾ ਉੱਦਾਂ ਚੀਜ਼ ਉਹਨਾਂ ਨੂੰ ਵਾਪਸ ਦੇਣੀ ਚਾਹੀਦੀ ਸੀ। ਉਸੇ ਰਾਜ ਦੀ, ਪ੍ਰਿਥਕ ਰਾਜ ਦੀ ਮੰਗ ਜਿਹੜੀ ਹੈ ਉਹ ਅੰਗਰੇਜ਼ਾਂ ਤੋਂ ਹੋਣੀ ਸ਼ੁਰੂ ਹੋਈ। ਬਈ ਕੀ ਸਾਨੂੰ ਉਹ ਪ੍ਰਿਥਕ ਜਿਹੜਾ ਸਾਡਾ ਅਲੱਗ ਮਹਾਰਾਜਾ ਰਣਜੀਤ ਸਿੰਘ ਵਾਲਾ ਅੰਪਾਇਰ ਹੈ ਸਿੱਖਾਂ ਦਾ, ਉਹ ਵਾਪਸ ਕਰ ਦਿਓ, ਅਸੀਂ ਆਪਣਾ ਦੇਸ਼ ਅਲੱਗ ਬਣਾਈਏ, ਆਪਾਂ ਚਲਾਈਏ।
ਲੇਕਿਨ ਅੰਗਰੇਜ਼ਾਂ ਨੂੰ ਇਹਦਾ ਖਦਸ਼ਾ ਸੀ, ਬਹੁਤ ਡਰ ਸੀ, ਬਹੁਤ ਅੰਦਰੋਂ ਸਹਿਮ ਸੀ ਕਿ ਜੇ ਮਹਾਰਾਜਾ ਰਣਜੀਤ ਸਿੰਘ ਵਾਲਾ ਐਮਪਾਇਰ ਇਹਨਾਂ ਦੇ ਹਵਾਲੇ ਕਰਤਾ ਗਿਆ ਉਹਨਾਂ ਸਪੇਸ, ਇਹਨਾਂ ਨੇ ਇੰਗਲੈਂਡ ਵੀ, ਇਹਨਾਂ ਨੇ ਸਾਰਾ ਕੰਟਰੀਆਂ ਜਿਹੜੀਆਂ ਉਹ ਥੱਲੇ ਕਰ ਜਾਣੀਆਂ। ਇਹ ਯੋਧੇ ਬੜੇ ਤਗੜੇ ਨੇ। ਪਹਿਲਾ ਵਿਸ਼ਵ ਯੁੱਧ ਉਦਾਹਰਣ ਹੈ, ਉਹ 'ਚ ਸਿੱਖਾਂ ਦੀ ਕੀ ਭੂਮਿਕਾ ਰਹੀ। ਅੱਜ ਵੀ ਬ੍ਰਿਟੇਨ 'ਚ ਚਲੇ ਜਾਓ, ਪਹਿਲੇ ਵਿਸ਼ਵ ਯੁੱਧ 'ਚ ਜਿਹੜੇ ਸਿੱਖ ਆਪਣੇ ਸੈਨਿਕ ਗਏ ਸੀ, ਅੱਜ ਵੀ ਉਹਨਾਂ ਦੀਆਂ ਉੱਥੇ ਯਾਦਗਾਰ ਬਣੀਆਂ ਹੋਈਆਂ। ਮਹਾਰਾਣੀ ਨੇ ਸਪੈਸ਼ਲ ਕਿਹਾ ਸੀ ਬਈ ਸਾਨੂੰ ਇੱਥੋਂ ਹਿੰਦੁਸਤਾਨ ਤੋਂ ਸਿੱਖ ਯੋਧੇ ਭੇਜੋ, ਮਿਲਟਰੀ ਭੇਜੋ, ਉਹਨੇ ਹੀ ਆਜ਼ਾਦ ਕਰਾਇਆ। ਖੈਰ ਚਲੋ ਇਹ ਬੜੀ ਲੰਬਾ ਹੋਰ ਵਿਸ਼ਾ ਪਾਸੇ ਚਲੇ ਜਾਣਾ ਜੇ ਆਪਾਂ ਇੱਧਰ ਗੱਲ ਕਰਦੇ। ਲੇਕਿਨ ਗੱਲ ਫਿਰ ਮੈਂ ਉੱਥੇ ਵਾਪਸ ਆਉਣਾ ਕਿ ਉਹ ਜਿਹੜਾ ਪ੍ਰਿਥਕ ਰਾਜ ਸਿੱਖ ਮੰਗਦੇ ਸੀ, ਅੰਗਰੇਜ਼ਾਂ ਨੇ ਡਿਵਾਈਡ ਐਂਡ ਰੂਲ ਵਾਲੀ ਪਾਲਿਸੀ ਅਪਣਾ ਲਈ। ਉਹਨਾਂ ਨੇ ਕਿਹਾ ਬਈ ਜਿਹੜੀ ਕਮਿਊਨਿਟੀ ਜ਼ਿਆਦਾ ਵੋਟਿੰਗ 'ਚ ਹੈਗੀ ਹੈ, ਅਸੀਂ ਉਹਨਾਂ ਨੂੰ ਉਹਨਾਂ ਦੇ ਦੋ ਰਾਜ ਕਰਕੇ ਦੇ ਦਾਂਗੇ। ਬਟ ਨੈਚੁਰਲ ਹੈ ਕਿ ਮੁਸਲਮਾਨ 55% ਸੀ, ਹਿੰਦੂ 35% ਸੀ, ਅਤੇ ਬਾਕੀ 18% ਸਿੱਖ ਸੀ, ਕੁਛ ਕ੍ਰਿਸਚਨ ਸੀ, ਅਤੇ ਅੰਗਰੇਜ਼ਾਂ ਨੇ ਉਸੇ ਹਿਸਾਬ ਨਾਲ ਡਿਵਾਈਡ ਕਰਤਾ। ਔਰ ਜਿਹੜੀ ਸਭ ਤੋਂ ਵੱਡੀ ਉਹਨਾਂ ਦੀ ਅੰਗਰੇਜ਼ਾਂ ਦੀ ਔਰ ਜਿਹੜੇ ਉਸ ਟਾਈਮ ਹੁਕਮਰਾਨ ਸੀਗੇ, ਚਾਹੇ ਜਿੰਨਾ ਸੀਗੇ, ਚਾਹੇ ਮਹਾਤਮਾ ਗਾਂਧੀ ਸੀਗੇ, ਚਾਹੇ ਜਵਾਹਰ ਲਾਲ ਨਹਿਰੂ ਸੀਗੇ, ਇਹਨਾਂ ਨੇ ਪੰਜਾਬ ਨੂੰ ਇੱਕ ਪਾਸੇ ਨਹੀਂ ਹੋਣ ਦਿੱਤਾ। ਪੰਜਾਬ ਨੂੰ ਦੋ ਫਾੜ ਕੀਤਾ, ਅੱਧਾ ਸਿੱਖ ਉੱਧਰ, ਅੱਧਾ ਸਿੱਖ ਇੱਧਰ। 150 ਗੁਰੂ ਧਾਮ ਪਾਕਿਸਤਾਨ 'ਚ, ਬਾਕੀ ਸਾਰੇ ਇੱਥੇ। ਗੁਰੂ ਨਾਨਕ ਦੇਵ ਜੀ ਦੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਸ਼੍ਰੀ ਕਰਤਾਰਪੁਰ ਸਾਹਿਬ ਸਮੇਤ ਸਾਰੇ ਇਤਿਹਾਸਿਕ ਗੁਰਦੁਆਰੇ ਅੱਧੇ ਉੱਧਰ ਕਰਤੇ, ਅੱਧੇ ਇੱਧਰ ਕਰਤੇ। ਸਿੱਖ ਕੌਮ ਤੇ ਪੰਜਾਬ ਨੂੰ ਪਾੜ ਦਿੱਤਾ। ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਹੋਰ ਸ਼ਰਾਰਤ ਕੀਤੀ ਕਿ ਇਹ ਸਿੱਖ ਹਿੰਦੁਸਤਾਨ ਵਾਲੇ ਵੀ ਜਿਹੜੀ ਹੈਗੀ ਆ, ਇਹ ਸਟੇਟ ਸਿੱਖ ਅਲੱਗ ਨਾ ਬਣਾ ਜਾਣ। ਉਹਨਾਂ ਨੇ ਹਰਿਆਣਾ, ਹਿਮਾਚਲ ਵੀ ਨਾਲ ਜੋੜ ਕੇ ਇੱਕ ਵੱਡਾ, ਮਹਾਰਾਜਾ ਰਣਜੀਤ ਸਿੰਘ ਵੇਲੇ ਹਰਿਆਣਾ ਨਾਲ ਨਹੀਂ ਸੀਗਾ, ਹਿਸਟਰੀ ਦੇ ਵਿੱਚ ਹੈ ਮਹਾਰਾਜਾ ਰਣਜੀਤ ਸਿੰਘ ਵੇਲੇ ਹਰਿਆਣਾ ਨਾਲ ਨਹੀਂ ਸੀ। ਇਹ ਅੰਗਰੇਜ਼ਾਂ ਨੇ ਧੱਕ ਕੇ ਜੋੜਿਆ ਬਈ ਇਹਨੂੰ ਪੰਜਾਬ ਨੂੰ ਇੰਨਾ ਬਣਾ ਦਿਓ। ਆਜ਼ਾਦੀ ਹੋ ਗਈ, ਸਭ ਤੋਂ ਜ਼ਿਆਦਾ ਸਿੱਖਾਂ ਨੇ, ਸਭ ਤੋਂ ਜ਼ਿਆਦਾ ਪੰਜਾਬ ਨੇ ਸੰਤਾਪ ਭੋਗਿਆ। ਆਪਣੇ ਗੁਰਦੁਆਰਾ ਸਾਹਿਬ, ਆਪਣੇ ਇਤਿਹਾਸਿਕ ਤੀਰਥ, ਆਪਣੀਆਂ ਧਰੋਹਰ, ਆਪਣਾ ਖੂਨ, ਆਪਣੀਆਂ ਰਿਸ਼ਤੇਦਾਰੀਆਂ ਲਹਿੰਦਾ ਪੰਜਾਬ ਤੇ ਚੜ੍ਹਦੇ ਪੰਜਾਬ 'ਚ ਵੰਡੀਆਂ। ਜਿਹੜਾ ਸਿੱਖ ਐਮਪਾਇਰ ਆਪਾਂ ਅਸੀਂ ਮੰਗ ਰਹੇ ਸੀ, ਉਹ ਸਿੱਖ ਐਮਪਾਇਰ ਤਾਂ ਮਿਲਿਆ ਹੀ ਨਹੀਂ। ਔਰ ਉੱਥੋਂ ਫਿਰ ਇੱਕ ਕਸਕ ਰਹੀ, ਯਾਰ ਸਾਡਾ ਉਹ ਜਿਹੜਾ ਐਮਪਾਇਰ ਸੀ, ਸਾਡਾ ਸੋਨਾ ਸੀ, ਸਾਡੀ ਹਕੂਮਤ ਸੀ, ਉਹ ਕਿੱਥੇ ਗਈ। ਉਹ ਹਕੂਮਤ ਦਾ ਮੰਗ ਨੈਚੁਰਲੀ ਗੱਲ ਹੈ, ਮੇਰੇ ਦਾਦੇ ਪੜਦਾਦੇ ਦੀ ਕੋਈ ਪ੍ਰਾਪਰਟੀ ਹੋਏਗੀ, ਮੈਂ ਮੰਗਾਂਗਾ। ਅੰਗਰੇਜ਼ਾਂ ਦੀ ਸ਼ਰਾਰਤ ਹੋਰ ਕੀ ਸੀ, ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਅੱਗੋਂ ਉਹਨਾਂ ਦੇ ਵੰਸ਼ਜ ਸੀਗੇ, ਉਹਨਾਂ ਨੂੰ ਪਤਾ ਸੀ ਇਹ ਵੀ ਯੋਧੇ ਨੇ, ਉਹਨਾਂ ਨੇ ਸਾਰੇ ਬਾਹਰ ਪੜ੍ਹਨ ਲਈ ਇੰਗਲੈਂਡ, ਅਮਰੀਕਾ 'ਚ ਸੈਟਲ ਕਰ ਦਿੱਤੇ ਬਈ ਤੁਸੀਂ ਇੱਥੇ ਐਜੂਕੇਸ਼ਨ ਲਵੋ, ਤਾਂ ਕਿ ਇਹ ਲੋਕ ਪੰਜਾਬ ਤੇ ਅਲੱਗ ਸੈਪਰੇਟ ਸਿੱਖ ਸਟੇਟ ਦੀ ਮੰਗ ਹੀ ਨਾ ਕਰ ਸਕਣ। ਮੈਨੂੰ ਐਗਜ਼ਾਮਪਲ ਦੱਸੋ ਯਾਰ, ਜੇ ਮੇਰੇ ਦਾਦੇ ਦੇ ਕੋਲ 2 ਕਿੱਲੇ ਜ਼ਮੀਨ ਸੀ ਅਤੇ ਮੈਂ ਉਸ ਜ਼ਮੀਨ ਦਾ ਹੱਕਦਾਰ ਹਾਂ, ਉਹਦੇ ਵੰਸ਼ਜ ਉਹਦੇ ਹੱਕਦਾਰ ਹੈ, ਸਿੱਖ ਕੌਮ ਉਹ ਜਿਹੜੀ ਮਹਾਰਾਜਾ ਰਣਜੀਤ ਸਿੰਘ ਦਾ ਐਮਪਾਇਰ ਸੀ, ਅੱਜ ਵੀ ਉਹਦੀ ਹੱਕਦਾਰ ਹੈ, ਅੱਜ ਵੀ ਉਹਨਾਂ ਦੇ ਉਹ ਹੱਕਦਾਰ ਹੈ ਉਹ ਨਕਸ਼ੇ ਦੇ ਵਿੱਚ, ਕਿਉਂਕਿ ਉਹ ਸਿੱਖ ਅਲੱਗ ਦੇਸ਼ ਸੀ। ਚਲੋ ਸਾਡੇ ਹੁਣ ਭਾਈਚਾਰਕ ਸਾਂਝ ਹੈ, ਇੱਦਾਂ ਦੀ ਵੈਸੇ ਕੋਈ ਗੱਲ ਨਹੀਂ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਸਟੇਟ ਹੋਣ ਦੇ ਬਾਵਜੂਦ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦੇ ਸੀ। ਹੁਣ ਗੱਲ ਵਾਪਸ ਹੋਈ, ਮੈਂ ਤੁਹਾਡੇ ਸਵਾਲ ਦੇ ਉੱਥੇ ਆਉਣਾ ਬਈ ਗੱਲ ਖਾਲਿਸਤਾਨ ਤੋਂ ਅੱਤਵਾਦ ਵੱਲ ਕਿੱਦਾਂ ਮੁੜੀ। ਇਹ ਸਾਰੀਆਂ ਸਿਆਸਤਦਾਨਾਂ ਦੀਆਂ ਕਰਤੂਤਾਂ। ਉਸ ਤੋਂ ਬਾਅਦ ਦੇਸ਼ ਆਜ਼ਾਦ ਹੋ ਗਿਆ, ਪੰਜਾਬੀ ਸੂਬਾ ਜਿਹੜਾ ਵਾ ਉਹਦੀ ਐਜੀਟੇਸ਼ਨ ਸ਼ੁਰੂ ਹੋਈ। 1966 ਦੇ ਵਿੱਚ ਪੰਜਾਬ ਵੀ ਇੱਕ ਛੋਟਾ ਜਿਹਾ ਕਰ ਦਿੱਤਾ ਗਿਆ, ਔਰ ਪੰਜਾਬ ਛੋਟਾ ਜਿਹਾ ਕਰਕੇ ਹਰਿਆਣਾ, ਹਿਮਾਚਲ ਅਲੱਗ ਕਰ ਦਿੱਤਾ ਗਿਆ। ਇਹਦੇ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਮਾਸਟਰ ਤਾਰਾ ਸਿੰਘ, ਇਹ ਸਾਰਿਆਂ ਦੀਆਂ ਜਿਹੜੀਆਂ ਉਹ ਰਹੀਆਂ ਬਈ ਕੋਸ਼ਿਸ਼ਾਂ ਕਿ ਅਸੀਂ ਜਿਹੜਾ ਵਾ ਆਪਣਾ ਪੰਜਾਬੀ ਭਾਸ਼ਾ ਵਾਲਾ ਸੂਬਾ ਅਲੱਗ ਬਣਾਈਏ, ਜਿਹੜੀ ਭਾਸ਼ਾ ਦੇ ਹਿਸਾਬ ਨਾਲ ਸਾਡੀ ਗੱਲ ਕਰੇ। ਲੇਕਿਨ ਸਵਾਲ ਇਹ ਸੀ ਕਿ ਉਹ ਸਿੱਖ ਸਟੇਟ, ਸਾਡਾ ਸਿੱਖ ਐਮਪਾਇਰ ਕਿੱਥੇ ਗਿਆ। ਮਹਾਰਾਜਾ ਰਣਜੀਤ ਸਿੰਘ ਵਾਲਾ, ਮਹਾਰਾਜਾ ਰਣਜੀਤ ਸਿੰਘ ਵਾਲਾ ਐਮਪਾਇਰ ਤਾਂ ਮਿਲਿਆ ਨਹੀਂ। ਔਰ ਉਹਨੂੰ ਜੇ ਤੁਸੀਂ ਵਾਪਸ ਉਸ ਕੋਸ਼ਿਸ਼ ਵੱਲ ਦੇਖੋ ਤੇ ਉਸ ਵੇਲੇ ਜਦੋਂ ਅਕਾਲੀ ਦਲ ਨੇ ਪੰਜਾਬ 'ਚ ਸਰਕਾਰ ਬਣਾਈ 1966 ਤੋਂ ਬਾਅਦ, ਹਿੰਦੁਸਤਾਨ ਦੀ ਹਕੂਮਤ ਨੇ ਉਸ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਥਾਪੜਾ ਦੇ ਕੇ ਖੜਾ ਕੀਤਾ, ਜਿਹੜੇ ਉਸ ਵੇਲੇ ਦਮਦਮੀ ਟਕਸਾਲ ਦੇ ਮੁਖੀ ਸਨ। ਤੁਹਾਨੂੰ ਅੱਜ ਸ਼ਾਇਦ ਲੋਕੀ ਉਹਨਾਂ ਨੂੰ ਟੈਰਰਿਸਟ ਕਹਿੰਦੇ ਹੋਣਗੇ,
ਹਿੰਦੁਸਤਾਨ ਦੀ ਹਕੂਮਤ ਟੈਰਰਿਸਟ ਕਹਿੰਦੀ ਹੋਏਗੀ, ਲੇਕਿਨ ਜਦੋਂ ਤੁਸੀਂ ਉਹਨਾਂ ਦੇ ਸ਼ੁਰੂਆਤੀ ਜੀਵਨ ਨੂੰ ਪੜ੍ਹੋ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਗਰੀਬ ਕੁੜੀਆਂ ਦੇ ਵਿਆਹ ਪਿੰਡਾਂ ਦੇ ਵਿੱਚ ਜਾ ਜਾ ਕੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਸਭ ਤੋਂ ਵੱਡਾ ਅਗਰ ਮਿਸ਼ਨ ਪੰਜਾਬ 'ਚ ਚੱਲਿਆ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਚੱਲਿਆ। ਉਹ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਇੰਨੇ ਪਾਪੂਲਰ ਸੀਗੇ ਕਿ ਹਿੰਦੁਸਤਾਨ ਦੀ ਹਕੂਮਤ ਨੂੰ ਵੀ ਲੱਗਦਾ ਸੀ ਕਿ ਬਾਦਲਾਂ ਨੂੰ, ਮਾਸਟਰ ਤਾਰਾ ਸਿੰਘ ਨੂੰ ਇਹ ਜਿਹੜੀ SGPC ਬਣਾ ਕੇ ਹਿੰਦੁਸਤਾਨ ਦੀ ਹਕੂਮਤ ਨੂੰ ਡਰਾਉਂਦੇ ਨੇ, ਇਹਨਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਬਰਾਬਰ ਖੜਾ ਕੀਤਾ ਜਾਏ। ਔਰ ਉਹਨਾਂ ਦਾ ਮੋਟਿਵ ਵੀ ਠੀਕ ਸੀਗਾ ਕਿ ਸਾਡਾ ਚੰਡੀਗੜ੍ਹ ਸਾਨੂੰ ਵਾਪਸ ਕਰ ਦਿਓ, ਜਿਹੜਾ ਤੁਸੀਂ ਟੈਂਪਰੇਰੀ ਲਿੱਤਾ 1966 ਤੋਂ ਬਾਅਦ, ਜਿਹੜਾ ਸਾਡਾ ਚੰਡੀਗੜ੍ਹ ਤੁਸੀਂ ਲੈ ਕੇ ਸਾਡੇ ਪਾਣੀ ਹੈ। ਇਹੀ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਮੰਗ ਸੀਗੀਆਂ। ਉਹਨਾਂ ਦੀ ਮੰਗ ਕੋਈ ਖਾਲਿਸਤਾਨ ਦੀ ਮੰਗ ਨਹੀਂ ਸੀ, ਉਹਨਾਂ ਦੀ ਮੰਗ ਸੀ ਪੰਜਾਬ ਦੇ ਹੱਕ, ਪੰਜਾਬ ਦੀ ਜਵਾਨੀ ਤੇ ਪੰਜਾਬ ਦਾ ਜਿਹੜਾ ਮਿਲਦਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ। ਔਰ ਉਹਨੂੰ ਉਸ ਵੇਲੇ ਸਿਆਸਤਦਾਨਾਂ ਨੇ, ਭਾਵੇਂ ਉਹ, ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ, ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ, ਇਹਨਾਂ ਨੇ ਮਿਲ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਜਿਹੜੀ ਇੱਕ ਪੰਜਾਬ ਦੇ ਲਈ ਮੰਗ ਸੀ ਉਹਨੂੰ ਟੈਰਰਿਜ਼ਮ 'ਚ ਕਨਵਰਟ ਕੀਤਾ। ਉਹਨੂੰ ਮੈਂ ਟੈਰਰਿਜ਼ਮ 'ਚ ਇਹਨਾਂ ਨੇ ਕਨਵਰਟ ਕੀਤਾ। ਔਰ ਉਹ ਜਿਹੜੀ ਇੱਕ ਮਿਸ਼ਨ ਚੱਲ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਅੰਪਾਇਰ ਦਾ, ਉਹ ਖਾਲਿਸਤਾਨ, ਅੱਤਵਾਦ, ਖਾੜਕੂਵਾਦ ਵੱਲ ਕਨਵਰਟ ਹੋ ਗਿਆ। ਸਵਾਲ ਇਹੀ ਖੜਾ ਹੁੰਦਾ ਨਾ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਕਦੀ ਖਾਲਿਸਤਾਨ ਮੰਗਿਆ ਹੀ ਨਹੀਂ, ਪਰ ਹੁਣ ਜਿਹੜੇ ਨੌਜਵਾਨ ਨੇ ਉਹ ਖਾਲਿਸਤਾਨ ਦੀ ਮੰਗ ਹੀ ਕਿਉਂ ਕਰ ਰਹੇ? ਇੱਕ ਪਾਸੇ ਉਹ ਭਿੰਡਰਾਂ ਵਾਲੇ ਦੀ ਜ਼ਿਕਰ ਕਰਦੇ। ਮੈਂ ਤੁਹਾਨੂੰ ਉੱਥੇ ਆ ਕੇ ਗੱਲ ਕਰਦਾ। ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਜਦੋਂ ਉਹਨਾਂ ਦੀਆਂ ਮੰਗਾਂ ਸੀ, ਅਨੰਦਪੁਰ ਸਾਹਿਬ ਪ੍ਰਸਤਾਵ ਸੀ, ਅਨੰਦਪੁਰ ਸਾਹਿਬ ਪ੍ਰਸਤਾਵ ਦੇ ਵਿੱਚ ਕੀ ਸੀ? ਉਹਨਾਂ ਨੇ ਅਨੰਦਪੁਰ ਸਾਹਿਬ ਪ੍ਰਸਤਾਵ ਹੁਣ ਖੋਲ੍ਹ ਕੇ ਪੜ੍ਹ ਲੈਣ ਸਾਰੇ, ਉਹਦੇ 'ਚੋਂ ਮੰਗਦੇ ਹੀ ਨਹੀਂ ਪਏ ਖਾਲਿਸਤਾਨ। ਉਹਦੇ 'ਚ ਤਾਂ ਕਹਿੰਦੇ ਆ ਸਾਡਾ ਚੰਡੀਗੜ੍ਹ, ਸਾਡੀ ਭਾਸ਼ਾ ਦੇ ਲੋਕ, ਸਾਡਾ ਪਾਣੀ, ਪੰਜਾਬ, ਹੋਰ ਤਾਂ ਉਹਨਾਂ ਦੀ ਮੰਗ ਹੀ ਕੋਈ ਨਹੀਂ ਸੀਗੀ। ਸਿੱਖੀ ਦਾ ਪ੍ਰਚਾਰ, ਸਿੱਖੀ ਦਾ ਪ੍ਰਸਾਰ। ਲੇਕਿਨ ਸਿਆਸਤਦਾਨਾਂ ਨੇ, ਸਿਆਸਤ ਵਾਲੇ ਜਿਹੜੇ ਨੇ, ਸੰਤ ਹਰਚੰਦ ਸਿੰਘ ਲੋਂਗੋਵਾਲ, ਪ੍ਰਕਾਸ਼ ਸਿੰਘ ਬਾਦਲ, ਇਹ ਸਾਰੇ ਮੰਨ ਗਏ ਸੀ ਕਿ ਅਸੀਂ ਜਿਹੜਾ ਵਾ ਇਹ ਕੇਂਦਰ ਸਰਕਾਰ ਨਾਲ ਸਹਿਮਤ ਹਾਂ, ਅਸੀਂ ਇਸ ਤਰ੍ਹਾਂ ਚੱਲ ਪੈਂਦੇ ਹਾਂ, ਸਮਝੌਤੇ 'ਚ ਇੱਦਾਂ ਚੱਲ ਪੈਂਦੇ ਹਾਂ। ਲੇਕਿਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਠੁਕਰਾਤਾ, ਕਹਿੰਦੇ ਤੁਸੀਂ ਸਿਆਸਤ ਕਰਦੇ ਪਏ ਹੋ, ਮੈਂ ਪੰਜਾਬ ਦੀ ਗੱਲ ਕਰਦਾ ਪਿਆ। ਤੁਸੀਂ ਸਿਆਸਤ ਵੱਲ ਜਾਂਦੇ ਪਏ ਹੋ, ਮੈਂ ਪੰਜਾਬ ਦੇ ਵੱਲ, ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਮੈਨੂੰ ਕੁਰਸੀ ਨਹੀਂ ਚਾਹੀਦੀ। ਉਸ ਤੋਂ ਬਾਅਦ ਇਹ ਸਾਰਾ ਪਲਾਨ ਹੋ ਕੇ ਉਹ ਜਿਹੜਾ ਉਹਨਾਂ ਦਾ ਟਾਈਮ ਸੀਗਾ ਪੰਜਾਬ ਦੇ ਹੱਕਾਂ ਦੀ ਲੜਾਈ ਦਾ, ਉਹ ਸੰਤ ਨਿਰੰਕਾਰੀ ਮਿਸ਼ਨ ਦੇ ਨਾਲ ਜਿਹੜਾ ਉਦੋਂ ਟਕਰਾਵ ਹੋਇਆ, ਉਸ ਤੋਂ ਬਾਅਦ ਉਹ ਇੱਕ ਲਹਿਰ ਜਿਹੜੀ ਹੈ ਉਹ ਖਾੜਕੂਵਾਦ 'ਚ ਕਨਵਰਟ ਹੋ ਗਈ। ਪੰਜਾਬ ਦੇ ਹੱਕਾਂ ਦੀ ਲੜਾਈ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇੱਕ ਪੀਸਫੁਲ ਮਾਹੌਲ 'ਚ ਮੰਗ ਰਹੇ ਸੀ, ਸਿਆਸਤਦਾਨਾਂ ਨੇ ਐਸੀ ਗੇਮ ਖੇਲੀ ਕਿ ਨੌਜਵਾਨਾਂ ਨੂੰ ਹਥਿਆਰ ਉਠਾਉਣੇ ਪੈ ਗਏ, ਪੰਜਾਬ ਜਲਦਾ ਰਿਹਾ। ਉਸੇ ਦਾ ਨਤੀਜਾ ਸੀ ਕਿ ਬਲੂ ਸਟਾਰ ਆਪਰੇਸ਼ਨ ਹੋਇਆ, ਉਸੇ ਦਾ ਨਤੀਜਾ ਸੀ ਆਪਰੇਸ਼ਨ ਬਲੈਕ ਥੰਡਰ ਹੋਇਆ, ਉਸੇ ਦਾ ਨਤੀਜਾ ਸੀ ਇੰਦਰਾ ਗਾਂਧੀ ਮਾਰੀ ਗਈ, ਉਸੇ ਦਾ ਨਤੀਜਾ ਸੀ ਕਿ ਦਿੱਲੀ ਦੇ ਵਿੱਚ ਨਿਰਦੋਸ਼ ਜਿਹੜੇ ਸਿੱਖ ਨੇ, ਸਾਡੇ ਜਿਹੜੇ ਖੂਨ ਦੇ ਰਿਸ਼ਤੇ ਸੀ ਜਿਨ੍ਹਾਂ ਨਾਲ, ਉਹਨਾਂ ਨੂੰ ਟਾਇਰ ਪਾ ਕੇ ਸਾੜਿਆ ਗਿਆ। ਲੇਕਿਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਜਿਹੜੀ ਸੋਚ ਸੀ, ਤੁਸੀਂ ਉਹਨਾਂ ਦੀ ਹਿਸਟਰੀ ਪੜ੍ਹ ਲਓ, ਉਹ ਕਦੀ ਵੀ ਸੈਪਰੇਟ ਸਿੱਖ ਸਟੇਟ ਦੀ ਗੱਲ ਹੀ ਨਹੀਂ ਕਰਦੇ ਸੀ, ਉਹ ਗੱਲ ਕਰਦੇ ਸੀ ਪੰਜਾਬ ਦੇ ਹੱਕਾਂ ਦੀ। ਲੇਕਿਨ ਉਹਨੂੰ ਜਿਹੜੀ ਕਨਵਰਟ, ਜਿਹੜਾ ਸਾਡਾ ਮਿਸ਼ਨ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਵਾਲਾ ਐਮਪਾਇਰ ਦਿਓ, ਉਹ ਮਿਸ਼ਨ ਕਨਵਰਟ ਹੋ ਕੇ ਇੱਕ ਅੱਤਵਾਦ ਦੇ ਮਿਸ਼ਨ ਦਾ ਉੱਤੇ ਧੱਬਾ ਲਾਤਾ ਗਿਆ ਕਿ ਇਹ ਅੱਤਵਾਦੀ ਨੇ, ਇਹ ਖਾਲਿਸਤਾਨ ਦੀ ਗੱਲ। ਉਹ ਜਿਹੜੀ ਮੰਗ ਨੌਜਵਾਨਾਂ ਨੂੰ ਅੱਜ ਵੀ ਕਰਨੀ ਚਾਹੀਦੀ ਆ, ਉਹ ਖਾਲਿਸਤਾਨ ਦੀ ਛੱਡ ਕੇ ਇਹ ਕਹਿਣਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਦਾ ਐਮਪਾਇਰ ਕਿੱਥੇ ਹੈ ਜਿਹੜਾ ਸਾਡੇ ਜਿਨ੍ਹਾਂ ਦੇ ਅਸੀਂ ਵੰਸ਼ਜ ਆ। ਸਿੱਖ ਐਮਪਾਇਰ ਕਿੱਥੇ ਹੈ ਜਿਹੜਾ ਸਾਡਾ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਸੀ, ਸਾਡਾ ਵਾਪਸ ਕਰੋ। ਇਹ ਗੱਲ ਹੋਰ ਪਾਸੇ ਤੋਰ ਕੇ ਬਹਿ ਗਏ ਉਹ, ਕਿਉਂਕਿ ਸਿਆਸਤਦਾਨਾਂ ਦੇ ਨਾਲ ਉਹਨਾਂ ਦੀਆਂ ਕੁਰਸੀਆਂ ਚੱਲਦੀਆਂ ਸੀ। ਉਹਦੀ ਬਦੌਲਤ ਹੀ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਨੂੰ ਗਾਲਾਂ ਕੱਢ ਕੇ ਅਕਾਲੀ ਦਲ 25 ਸਾਲ ਸਰਕਾਰ ਬਣਾ ਗਿਆ, ਔਰ ਕਾਂਗਰਸ ਜਿਹੜੀ ਹੈ ਉਹ ਅਸੀਂ ਜੀ ਟੈਰਰਿਜ਼ਮ ਖਤਮ ਕਰਤਾ, ਉਹਦੇ ਕਰਕੇ ਆਪਣੀ 10-15-20 ਸਾਲ ਸਰਕਾਰ ਬਣਾ ਗਏ। ਅਸੀਂ ਪੰਜਾਬ ਦੇ ਵਿੱਚ ਕੁਰਬਾਨੀਆਂ ਦੇ ਦਿੱਤੀਆਂ, ਸਾਡਾ 25,000 ਬੰਦਾ ਮਰ ਗਿਆ ਜੀ। ਦੇਖੋ ਪੰਜਾਬ ਨੂੰ ਇਹਨਾਂ ਨੇ ਫੌਰ ਦਾ ਸਿਆਸਤ ਵਰਤ ਲਿਆ। ਅਸੀਂ ਗੱਲ ਜਿਹੜੀ ਪੁਰਾਣੀ ਹਿਸਟਰੀ ਦੇ ਵਿੱਚ ਗੱਲ ਚੱਲ ਰਹੀ ਸੀ ਕਿ ਵੇਅਰ ਇਜ਼ ਦਾ ਐਮਪਾਇਰ, ਸਿੱਖ ਐਮਪਾਇਰ ਆਫ ਮਹਾਰਾਜਾ ਰਣਜੀਤ ਸਿੰਘ, ਉਹ ਗੱਲ ਹੁਣ ਚੱਲ ਰਹੀ ਹੈ ਜੀ ਇਹ ਖਾਲਿਸਤਾਨੀ ਹੈ, ਇਹ ਖਾੜਕੂਵਾਦ ਹੋ ਗਿਆ, ਉਹ ਕਨਵਰਟ ਹੋ ਗਿਆ। ਲੇਕਿਨ ਜਿਹੜੇ ਨੌਜਵਾਨ ਅੱਜ ਵੀ ਹੈ, ਦੇਖੋ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦਾ, ਹਥਿਆਰ ਇਸ ਸਮੱਸਿਆ ਦਾ ਹੱਲ ਨਹੀਂ ਹੈ।
ਵਾਇਲੇਸ਼ਨ ਇਸ ਸਮੱਸਿਆ ਦਾ ਹੱਲ ਨਹੀਂ ਹੈ, ਤੋੜ ਫੋੜ ਇਸ ਸਮੱਸਿਆ ਦਾ ਹੱਲ ਨਹੀਂ ਹੈ। ਗੁਰਪ੍ਰਵੰਤ ਸਿੰਘ ਪੰਨੂ ਜੋ ਮਰਜ਼ੀ ਕਹੀ ਜਾਵੇ, ਉਹ ਇਹਦੀ ਸਮੱਸਿਆ ਦਾ ਹੱਲ ਨਹੀਂ ਹੈ। ਸਾਡੀ ਆਪਣੇ ਵੰਸ਼ਜਾਂ ਦੀ ਪ੍ਰਾਪਰਟੀ, ਆਪਣੇ ਵੰਸ਼ਜਾਂ ਦਾ ਜਿਹੜਾ ਐਮਪਾਇਰ ਹੈ, ਉਹਦਾ ਹੱਕ ਡੈਮੋਕ੍ਰੈਟਿਕ ਢੰਗ ਨਾਲ ਮੰਗਣਾ ਉਹ ਸਾਡਾ ਹੱਕ ਹੈ। ਨੌਜਵਾਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਐਮਪਾਇਰ ਕਿੱਥੋਂ ਕਿੱਥੇ ਤੱਕ ਸੀ। ਅੰਗਰੇਜ਼ਾਂ ਨੇ ਜਦੋਂ ਉੱਤੇ ਕਬਜ਼ਾ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ, ਉਹ ਕਿੰਨਾ ਕੁ ਬਾਉਂਡਰੀ ਸੀ, ਕਿੰਨੀ ਸਾਡੀ ਪੋਪੂਲੇਸ਼ਨ ਸੀ, ਕਿੰਨੇ ਸਾਡੇ ਉੱਥੇ ਰੈਵਨਿਊ ਦੇ ਸੀਗੇ, ਉਹਦੇ ਉੱਤੇ ਫੋਕਸ ਕਰਨਾ ਚਾਹੀਦਾ। ਇਹਨੂੰ ਇੱਕ ਟੈਰਰਿਜ਼ਮ ਵਾਲਾ ਬਣਾ ਕੇ ਕਿ ਇਹ ਹਿੰਦੁਸਤਾਨ ਨੂੰ ਤੋੜਨ ਦੀ ਗੱਲ ਕਰ ਰਹੇ ਨੇ, ਇਹ ਉਹਨਾਂ ਨੇ ਮੋਟਿਵ ਹੀ ਚੇਂਜ ਕਰ ਦਿੱਤਾ। ਪੋਲੀਟੀਕਲ ਬੰਦਿਆਂ ਨੇ, ਹਿੰਦੁਸਤਾਨ ਦੇ ਹੁਕਮਰਾਨਾਂ ਨੇ, ਪੰਜਾਬ ਦੇ ਵਿੱਚ ਕੁਰਸੀ ਦੇ ਲਾਲਚ ਨੇ ਉਹਨੂੰ ਪਰਿਭਾਸ਼ਾ ਹੀ ਖਾੜਕੂਵਾਦ ਦੀ ਦੇ ਦਿੱਤੀ। ਅੱਛਾ ਡਾਕਟਰ ਸਾਹਿਬ, ਦੋ ਕਨਸੈਪਟ ਕੰਮ ਕਰ ਰਹੇ ਨੇ। ਇੱਕ ਤਾਂ ਸਿੱਖ ਰਾਜ ਨਾ ਮਿਲਣ ਦਾ ਵਿਯੋਗ, ਉਹਨੇ ਖਾਲਿਸਤਾਨ ਨੂੰ ਜਨਮ ਦਿੱਤਾ ਉਹਦੇ ਕਨਸੈਪਟ ਨੂੰ, ਜਾਂ ਫਿਰ 1984 ਤੋਂ ਬਾਅਦ ਜਿਹੜਾ ਬਲੂ ਸਟਾਰ ਹੋਇਆ, ਉਸ ਤੋਂ ਬਾਅਦ ਕਤਲੇਆਮ ਹੋਇਆ, ਉਹਨੇ ਸ਼ੁਰੂਆਤ ਕੀਤੀ। ਜਿਹੜੀ ਸ਼ੁਰੂਆਤ ਹੋਈ ਹੈ, ਜਦੋਂ ਇਹਨੂੰ ਖਾੜਕੂਵਾਦ ਦੀ ਸ਼ੁਰੂਆਤ ਦਿੱਤੀ ਹੈ, ਉਹ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਹੋ ਗਈ ਸੀ। ਜਦੋਂ ਪੰਜਾਬ ਦੇ, ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ, ਪੰਜਾਬ ਦੇ ਜਿੰਨੇ ਅਕਾਲੀ ਦਲ ਦੇ ਲੀਡਰ ਸੀ, ਜਦੋਂ ਹਿੰਦੁਸਤਾਨ ਦੀ ਹਕੂਮਤ ਨਾਲ ਰਲ ਗਏ ਸੀ, ਜਿਨ੍ਹਾਂ ਨੇ ਹਿੰਦੁਸਤਾਨ ਦੀ ਹਕੂਮਤ ਨਾਲ ਹੱਥ ਮਿਲਾ ਲਿਆ ਸੀ, ਤਾਂ ਉਹਨਾਂ ਨੂੰ ਲੱਗਿਆ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਡੇ ਲਈ ਖਤਰਾ ਨੇ, ਉਹਨੂੰ ਇੱਕ ਟੈਰਰਿਜ਼ਮ ਵੱਲ ਧਕੇਲਿਆ ਗਿਆ। ਮੈਨੂੰ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ, ਮੈਨੂੰ ਕਹਿਣ ਦੇ ਵਿੱਚ ਕੋਈ ਸ਼ਰਮ ਨਹੀਂ। ਅਦਰਵਾਈਜ਼ ਜੇ ਤੁਸੀਂ ਉਹਨਾਂ ਦੀ ਹਿਸਟਰੀ ਮੈਂ ਅੱਗੇ ਫਿਰ ਕਹਿ ਕੇ ਹਟਿਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸ਼ੁਰੂਆਤੀ ਹਿਸਟਰੀ ਪੜ੍ਹੋ, ਅਤੇ ਉਹ ਹਿਸਟਰੀ ਪੰਜਾਬ ਦੇ ਹੱਕਾਂ ਦੀ ਹਿਸਟਰੀ ਸੀ, ਪੰਜਾਬ ਦੇ ਪਾਣੀ ਦੀ ਹਿਸਟਰੀ ਸੀ, ਪੰਜਾਬ ਦੀ ਭਾਸ਼ਾ ਦੀ ਹਿਸਟਰੀ ਸੀ, ਪੰਜਾਬ ਦੇ ਵਿੱਚੋਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਪ੍ਰਸਾਰ, ਉਹਦੀ ਹਿਸਟਰੀ ਸੀ। ਲੇਕਿਨ ਉਹਨਾਂ ਨੂੰ ਕਨਵਰਟ, ਕਿਉਂਕਿ ਬਹੁਤ ਜ਼ਿਆਦਾ ਪੋਪੂਲਰ ਹੋ ਗਏ ਸੀ। ਤੁਹਾਨੂੰ ਪਤਾ SGPC ਤੱਕ ਦੀ ਚੋਣ ਉਹਨਾਂ ਨੂੰ ਕਾਂਗਰਸ ਦੀ ਸਪੋਰਟਡ ਜਿਹੜੀ ਉਹ ਲੜਾਈ ਗਈ, ਇਹ ਤਾਂ ਖਤਰਾ ਲੱਗਣ ਲੱਗ ਪਏ ਸੀ ਅਕਾਲੀ ਦਲ ਨੂੰ, ਬਈ ਅਗਰ ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਗਰ ਇੱਦਾਂ ਹੀ ਪੋਪੂਲਰ ਰਹੇ ਸਿਆਸਤ ਦੇ ਵਿੱਚ, ਇਹ ਤਾਂ ਖਤਮ ਕਰ ਜਾਣਗੇ। ਅੱਛਾ, ਫਿਰ ਉਸ ਤੋਂ ਬਾਅਦ ਕੀ ਹੋਇਆ, ਜਦੋਂ ਲੌਂਗੋਵਾਲ ਸਮਝੌਤਾ ਸੀ, ਉਹ ਅਸੈਪਟ ਨਹੀਂ ਕੀਤਾ। ਲੌਂਗੋਵਾਲ ਸਮਝੌਤੇ ਨੂੰ ਉਹਨਾਂ ਨੇ ਅਸੈਪਟ ਨਹੀਂ ਕੀਤਾ, ਜਿਹੜਾ ਭੇਜਿਆ ਸੀਗਾ ਡਰਾਫਟ, ਅਤੇ ਜਾਂ ਪੰਜਾਬ ਦਾ ਇੱਕ ਡਰਾਫਟ ਬਣਾ ਕੇ ਭੇਜਿਆ ਸੀ ਉਸ ਤੋਂ ਪਹਿਲਾਂ, ਉਹ ਜਿਹੜਾ ਉਹਨਾਂ ਨੇ ਸਮਝੌਤਾ ਅਸੈਪਟ ਨਹੀਂ ਕੀਤਾ। ਉਸ ਤੋਂ ਕਾਂਗਰਸ ਨੂੰ ਵੀ ਲੱਗਣ ਲੱਗ ਪਿਆ ਵੀ ਇਹ ਤਾਂ ਸਾਡੇ ਹੱਥੋਂ ਖਿਸਕ ਗਿਆ, ਉਹ ਤਾਂ ਇੰਦਰਾ ਗਾਂਧੀ ਨੂੰ ਵੀ ਲੱਗਣ ਲੱਗ ਪਿਆ ਕਿ ਜਰਨੈਲ ਸਿੰਘ ਭਿੰਡਰਾਂ ਵਾਲਾ ਹੁਣ ਮੇਰੇ ਹੱਥੋਂ ਖਿਸਕ ਗਿਆ, ਇਹ ਹੁਣ ਦੂਜੇ ਪਾਸੇ ਚੱਲ ਪਿਆ। ਉਹ ਫਿਰ ਇਹ ਜਿਹੜੀਆਂ ਹੁਕਮਰਾਨ ਸੀ ਸਾਰੇ, ਇਹਨਾਂ ਨੇ ਸਿਆਸਤ ਦਾ ਐਸਾ ਪਲੇ ਕੀਤਾ ਕਿ ਉਹ ਜਿਹੜੀ ਲਹਿਰ ਸੀ, ਉਹ ਲਹਿਰ ਪੰਜਾਬ ਦੇ ਹੱਕਾਂ ਦੀ ਲਹਿਰ ਸੀ, ਉਹ ਕਨਵਰਟ ਹੋ ਕੇ ਜਿਹੜੀ ਆ ਉਹ ਲਹਿਰ ਬਣ ਗਈ ਖਾਲਿਸਤਾਨ ਦੀ। ਹੁਣ ਤੁਸੀਂ ਦੇਖੋ, ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਸਿੱਖਾਂ ਦਾ ਕੋਈ ਵੀ ਐਜੀਟੇਸ਼ਨ ਹੋਵੇ ਉਹਨੂੰ ਖਾਲਿਸਤਾਨ 'ਚ ਕਨਵਰਟ ਕਰਨ ਦੀ। ਕਿਸਾਨੀ ਅੰਦੋਲਨ ਹੋਇਆ, ਪੂਰੀ ਤਾਕਤ ਲੱਗ ਗਈ ਕਿ ਇਹ ਖਾਲਿਸਤਾਨੀ ਅੰਦੋਲਨ ਹੈ, ਖਾਲਿਸਤਾਨ ਸਪੋਰਟਡ ਹੈ, ਕਿੰਨਾ ਕੁਛ, ਕਿੰਨਾ ਰੌਲਾ ਪਿਆ ਵੀ ਇੱਥੇ ਜੀ ਆ ਵਾ। ਲੇਕਿਨ ਉਹ ਸਿੱਖਾਂ ਦਾ ਨਰੋਲ, ਉਹ ਸਿੱਖਾਂ ਦਾ ਸਪੋਰਟਡ ਅੰਦੋਲਨ ਕਹਿ ਸਕਦੇ ਹਾਂ, ਲੇਕਿਨ ਉਹ ਖਾਲਿਸਤਾਨ ਸਪੋਰਟਡ ਅੰਦੋਲਨ ਨਹੀਂ ਸੀਗਾ। ਉਹ ਜਿਹੜਾ ਕਿਸਾਨੀ ਅੰਦੋਲਨ ਸੀ, ਇਸੇ ਕਰਕੇ ਜਿੱਤ ਗਿਆ। ਉਹ ਆਪਣੇ ਫੋਕਸਡ ਰਹੇ। ਜੇ ਉਹਦੇ ਵਿੱਚ ਪੋਲੀਟੀਕਲ ਬੰਦੇ ਵੜ ਜਾਂਦੇ, ਜੇ ਕਿਸਾਨੀ ਅੰਦੋਲਨ 'ਚ ਪੋਲੀਟੀਕਲ ਬੰਦੇ ਸਟੇਜਾਂ 'ਤੇ ਆ ਜਾਂਦੇ, ਤੇ ਇਹਨਾਂ ਦੇ ਉੱਤੇ ਵੀ ਖਾਲਿਸਤਾਨ ਦੇ ਪੱਕੀ ਮੋਹਰ ਸੀ ਕਿ ਇਹ ਹਿੰਦੁਸਤਾਨ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ। ਉਹ ਹੋ ਜਾਣਾ ਸੀ, ਸਿਆਸਤਦਾਨਾਂ ਨੇ ਐਸਾ ਪਲੇ ਕਰਨਾ ਸੀ, ਇਹ ਰਾਜੇਵਾਲ ਤੋਂ ਲੈ ਕੇ ਜਿੰਨੇ ਸਾਰੇ ਕਿਸਾਨ ਅੰਦੋਲਨ ਆ, ਇਹਨਾਂ ਦੇ ਠੱਪਾ ਲੱਗ ਜਾਣਾ ਸੀ। ਪਰ ਇਹ ਸਾਰੇ ਕਿਸਾਨ ਜਿਹੜੀਆਂ ਯੂਨੀਅਨ ਸੀਗੀਆਂ, ਇਹ ਆਪਣੇ ਹੱਕਾਂ 'ਤੇ ਕਾਇਮ ਰਹੀਆਂ। ਇਹਨਾਂ ਨੇ ਨਾਨ ਪੋਲੀਟੀਕਲ ਮੂਵਮੈਂਟ ਰੱਖੀ, ਬਚ ਗਏ, ਕਿਉਂਕਿ ਹਿਸਟਰੀ ਨੂੰ ਉਹ ਜਾਣਦੇ ਸੀ ਜੇ ਇਹਦੇ 'ਚ ਪੋਲੀਟੀਕਲ ਬੰਦੇ ਐਂਟਰ ਕਰ ਗਏ ਤੇ ਇਹ ਜਿਹੜਾ ਸਾਡਾ ਕਿਸਾਨੀ ਅੰਨ ਦਾ ਅੰਦੋਲਨ ਹੈ, ਇਹਨੇ ਖਾਲਿਸਤਾਨ ਦਾ ਅੰਦੋਲਨ ਬਣ ਜਾਣਾ। ਡਾਕਟਰ ਸਾਹਿਬ, ਇੱਕ ਧਾਰਨਾ ਹੁਣ ਚੱਲ ਪਈ ਹੈ ਕਿ ਧਰਮ ਨਿਰਪੱਖ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ ਹੁਣ ਵਿਦੇਸ਼ਾਂ ਦੀਆਂ ਸੜਕਾਂ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਹੇ ਨੇ, ਉਹਨਾਂ ਨੂੰ ਤਾੜਨਾ ਕਰ ਰਹੇ ਨੇ। ਇਸ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਸਭ ਚੀਜ਼ਾਂ ਨੂੰ ਦੇਖਦੇ ਹੋ, ਔਰ ਖਾਸ ਕਰਕੇ ਗੁਰਪਤਵੰਤ ਪੰਨੂ ਦਾ ਜਿਹੜਾ ਰੋਲ ਹੈ ਖਾਲਿਸਤਾਨ ਦੇ ਵਿੱਚ? ਅੰਤ ਵਿੱਚ ਮੈਂ ਆਹੀ ਪੁੱਛਣਾ ਚਾਹੁੰਦਾ ਕਿ ਇਹ ਸਭ ਕੁਝ ਕਿੱਦਾਂ ਦੇਖ ਰਹੇ ਹੋ ਤੁਸੀਂ? ਦੇਖੋ, ਪਤਾ ਕੀ ਹੈ, ਇਹੀ ਮੈਂ ਤੁਹਾਨੂੰ ਕਹਿੰਦਾ, ਜਿਹੜੇ ਸਿੱਖ ਸਕਾਲਰਸ ਹੈ, ਸਿੱਖ ਹਿਸਟਰੀ ਨੂੰ ਜਿਹੜੇ ਪੜ੍ਹਦੇ ਨੇ, ਸਿੱਖ ਹਿਸਟਰੀ ਨੂੰ ਜਿਹੜੇ ਜਾਣਦੇ ਨੇ, ਉਹਨਾਂ ਨੂੰ ਟਕਰਾਵ ਇਹ ਸਿਆਸਤ ਦੀਆਂ ਗੱਲਾਂ ਹੈ ਕਿ ਇੱਕ ਪਾਸੇ ਖਾਲਿਸਤਾਨ ਜਿੰਦਾਬਾਦ ਹੋ ਰਹੀ, ਦੂਜੇ ਪਾਸੇ ਹਿੰਦੁਸਤਾਨ ਜਿੰਦਾਬਾਦ ਹੋ ਰਹੀ ਹੈ। ਉਹ ਯਾਰ, ਇਹ ਸਿੱਖ, ਇਹ ਜਿਹੜੇ ਹਿੰਦੂ ਨੇ, ਉਹ ਹਿੰਦੁਸਤਾਨ ਦਾ ਹਿੱਸਾ ਨੇ। ਇਹ ਦੋਨੋਂ ਇਕੱਠੇ ਨੇ, ਦੋਨਾਂ ਦੀ ਭਾਈਚਾਰਕ ਸਾਂਝ ਹੈ, ਦੋਨੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀਆਂ ਕੌਮਾਂ ਨੇ। ਮੈਨੂੰ ਅੱਜ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ, ਹਿੰਦੂਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਆਸਥਾ ਬਹੁਤ ਜ਼ਿਆਦਾ, ਕਿਉਂਕਿ ਗੁਰੂ ਨਾਨਕ ਦੇਵ ਜੀ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ, ਇਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ। ਉਹ
ਤੁਸੀਂ ਸਾਰੇ ਸਿੱਖਾਂ ਦੇ ਗੁਰੂਆਂ ਦੀ ਗੱਲ ਕਰ ਲਓ, ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਲਈ ਕੁਰਬਾਨੀ ਕੀਤੀ, ਕਸ਼ਮੀਰੀ ਪੰਡਤਾਂ ਲਈ ਕੀਤੀ। ਜੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਆਪਾਂ ਪੜ੍ਹ ਲਈਏ ਤੇ ਉਹਨਾਂ ਨੇ ਵੀ ਤਾਂ ਆਪਣੇ ਦਸਮ ਗ੍ਰੰਥ 'ਚ ਕੀ ਲਿਖਿਆ, ਚੰਡੀ ਦੀ ਵਾਰ, ਸਾਰੇ ਹਿੰਦੂ ਦੇਵੀ ਦੇਵਤਾਵਾਂ ਦਾ ਵਰਣਨ ਕੀਤਾ। ਸੋ ਜੇ ਸਾਡੇ ਗੁਰੂ ਮਹਾਰਾਜ ਔਰ ਹਿੰਦੂ ਜਿਹੜੇ ਆ ਉਸ ਟਾਈਮ ਤੋਂ ਇਕੱਲੇ ਚੱਲਦੇ ਆ ਰਹੇ, ਇਕੱਠੇ ਚੱਲਦੇ ਆ ਰਹੇ ਆ, ਤੇ ਇਹ ਅਲੱਗ-ਅਲੱਗ ਕਰਨ ਵਾਲੇ ਕੌਣ ਹੁੰਦੇ ਨੇ? ਇਹ ਗੁਰੂ ਮਹਾਰਾਜ ਦੇ ਉੱਤੇ ਤਾਂ ਨਹੀਂ ਹੈਗੇ ਨਾ ਅੱਜ ਕੱਲ੍ਹ ਦੀ ਪੀੜ੍ਹੀ। ਇਹ ਸਾਰਾ ਭਰਮ ਪੋਲੀਟੀਕਲ ਭਰਮ ਹੈ, ਸਭ ਰੋਟੀਆਂ ਚਲਾਉਣ ਦਾ ਭਰਮ ਹੈ। ਮੈਂ ਇੱਕ ਤੁਹਾਨੂੰ ਹੁਣੇ ਗੱਲ ਕਹਿ ਕੇ ਹਟਿਆ ਕਿ ਹਿੰਦੂ ਔਰ ਸਿੱਖਾਂ ਦੇ ਵਿੱਚ ਕੋਈ ਮਤਭੇਦ ਨਹੀਂ ਹੈ, ਲੇਕਿਨ ਗੱਲ ਇਹ ਹੈ ਕਿ ਜਿਹੜੀ ਐਮਪਾਇਰ ਮਹਾਰਾਜਾ ਰਣਜੀਤ ਸਿੰਘ ਦਾ, ਉਹ ਐਮਪਾਇਰ ਅੱਜ ਕਿੱਥੇ ਆ? ਉਸ ਮਿਸ਼ਨ ਤੋਂ ਸਾਰੇ ਗਵਾਚ ਗਏ ਨੇ। ਮਿਸ਼ਨ ਤਾਂ ਇੱਥੇ ਆ ਗਿਆ, ਸਾਡਾ ਖਾਲਿਸਤਾਨੀ ਇੱਕੋ ਜੀ ਸਾਡਾ ਮਹਾਰਾਜਾ ਰਣਜੀਤ ਸਿੰਘ ਵਾਲਾ ਸਾਡਾ ਐਮਪਾਇਰ ਕਿੱਥੇ ਆ ਜਿਹੜਾ ਅੰਗਰੇਜ਼ਾਂ ਨੇ ਦਿੱਤਾ ਸੀ। ਹੁਣ ਮੰਨ ਲਓ ਅੰਗਰੇਜ਼ਾਂ ਨੇ ਤੁਹਾਡਾ ਘਰ, ਉਦੋਂ ਤੁਹਾਡਾ ਕਿਲ੍ਹਾ ਲੈ ਲਿਆ ਸੀ, ਕੀ ਤੁਹਾਡੇ ਬੱਚੇ ਉਸ ਕਿਲ੍ਹੇ ਲੈਣ ਦੇ ਹੱਕਦਾਰ ਨਹੀਂ ਹੈਗੇ? ਲੇਕਿਨ ਤਰੀਕੇ ਨਾਲ ਹੱਕਦਾਰ ਹੈ। ਉਹਨੂੰ ਇਹ ਇੱਦਾਂ ਦਾ ਪੋਲੀਟੀਕਲ ਬੰਦਿਆਂ ਨੇ ਉਹਨੂੰ ਟੈਰਰਿਜ਼ਮ ਵੱਲ ਮੋੜਤਾ। ਗੁਰਪ੍ਰਵਾਨ ਸਿੰਘ ਪੰਨੂ ਆਪਣੀਆਂ ਏਜੰਸੀਆਂ ਦਾ ਕੰਮ ਕਰ ਰਿਹਾ, ਉਹ ਇਹਦੇ ਨਾਲ ਉਹ ਕੰਮ ਥੋੜ੍ਹਾ ਹੋ ਜਾਣੇ ਜਿਹੜਾ ਮਿਸ਼ਨ ਹੈ, ਅਸੀਂ ਮਿਸ਼ਨ ਤੋਂ ਭਟਕ ਕੇ ਅਸੀਂ ਟੈਰਰਿਜ਼ਮ ਵੱਲ ਤੁਰ ਪਏ ਹਾਂ ਜੀ। ਤੇ ਬਿਲਕੁਲ ਇਹ ਉਹ ਸਫ਼ਰ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੋਂ ਖਾਲਿਸਤਾਨ ਤੋਂ ਉਸ ਤੋਂ ਬਾਅਦ ਅੱਤਵਾਦ ਤੱਕ ਪਹੁੰਚ ਗਿਆ। ਉਸ ਸਫ਼ਰ ਦੇ ਵਿੱਚ ਜੋ ਕੁਝ ਹੋਇਆ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅਸਲ ਮੰਗ ਕੀ ਹੈ? ਉਸ ਤੋਂ ਨੌਜਵਾਨ, ਉਸ ਤੋਂ ਅੱਜ ਕੱਲ੍ਹ ਦੇ ਪੰਥਕ ਲੋਕ ਵੱਖ ਹੋਏ ਨੇ। ਅਸਲ ਮੰਗ ਹੈਗੀ ਹੈ ਸਿੱਖ ਰਾਜ ਨੂੰ ਵਾਪਸ ਮੰਗਣ ਦੀ। ਅਸਲ ਮੰਗ ਹੈਗੀ ਹੈ ਮਹਾਰਾਜਾ ਰਣਜੀਤ ਸਿੰਘ ਵਾਲੇ ਧਰਮ ਨਿਰਪੱਖ ਰਾਜ ਨੂੰ ਵਾਪਸ ਮੰਗਣ ਦੀ, ਪਰ ਉਹ ਨਹੀਂ ਮੰਗਿਆ ਜਾ ਰਿਹਾ, ਸਗੋਂ ਹੋਰ ਹੀ ਚੀਜ਼ਾਂ ਦੇ ਵਿੱਚ ਫਸ ਕੇ ਤੇ ਖਾਲਿਸਤਾਨ ਦੀ ਇੱਕ ਵੱਖਰੀ ਮੰਗ ਜਿਹੜੀ ਬਣੀ ਉਸ ਨੂੰ ਅੱਤਵਾਦ ਦੇ ਵਿੱਚ ਮੋਲਡ ਕਰ ਦਿੱਤਾ ਗਿਆ, ਕਨਵਰਟ ਕਰ ਦਿੱਤਾ ਗਿਆ। ਇਸ ਨੂੰ ਲੈ ਕੇ ਆਉਣ ਵਾਲਾ ਸਮਾਂ ਕੀ ਕੁਝ ਲਿਆਉਂਦਾ, ਖਾਲਿਸਤਾਨ ਦਾ ਭਵਿੱਖ ਕੀ ਹੋਵੇਗਾ, ਤੁਹਾਡੇ ਸਾਹਮਣੇ ਹਰ ਇੱਕ ਚੀਜ਼ ਰੱਖਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। Subscribe to One India channel and never miss an update.